ਜੈ ਮਸੀਹ ਦੀ ਪਿਆਰੇ ਦਰਸ਼ਕੋ, ਅਸੀਂ ਆਪਣੇ ਮਹਾਨ ਅਤੇ ਕਿਰਪਾਲੂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਅਸੀਂ ਆਪਣੇ ਪਰਮੇਸ਼ਰ ਦੀ ਅਦਭੁਤ ਕਿਰਪਾ ਬਾਰੇ ਵਿਚਾਰ ਕਰਦੇ ਆ ਰਹੇ ਹਾਂ। ਪਿਛਲੇ 2 ਪ੍ਰੋਗਰਾਮਾਂ ਦੇ ਵਿੱਚ ਅਸੀਂ ਕਿਰਪਾ ਨੂੰ ਸਮਝਣ ਦੇ ਲਈ ਉਜਾੜੂ ਪੁੱਤਰ ਦੀ ਕਹਾਣੀ ਦੇ ਉੱਤੇ ਗੌਰ ਕੀਤਾ ਸੀ। ਅਸੀਂ ਵੇਖਿਆ ਸੀ ਕਿ ਕਿਵੇਂ ਉਜਾੜੂ ਪੁੱਤਰ ਆਪਣਾ ਸਾਰਾ ਮਾਲ ਧਨ ਲੈ ਕੇ ਪਿਤਾ ਤੋਂ ਅੱਡ ਹੋ ਜਾਂਦਾ ਹੈ ਅਤੇ ਫਿਰ ਦੂਰ ਦੇਸ਼ ਵਿੱਚ ਜਾ ਕੇ ਗਲਤ ਸੰਗਤੀ ਵਿੱਚ ਪੈ ਜਾਂਦਾ ਹੈ ਅਤੇ ਆਪਣਾ ਸਾਰਾ ਮਾਲ ਧਨ ਜੋ ਕੁਝ ਵੀ ਉਹਦੇ ਕੋਲ ਹੈ ਗਵਾ ਦਿੰਦਾ ਹੈ। ਉਸਦੇ ਹਾਲਾਤ ਵੱਧ ਨਾਲੋਂ ਵੀ ਬਦਤਰ ਹੋ ਜਾਂਦੇ ਹਨ। ਫਿਰ ਉਹ ਆਪਣੇ ਪਿਤਾ ਨੂੰ ਯਾਦ ਕਰਦਾ ਹੈ। ਉਸ ਤੋਂ ਬਾਅਦ ਅਸੀਂ ਪਿਤਾ ਦੇ ਨਜ਼ਰੀਏ ਨੂੰ ਵੇਖਿਆ ਕਿ ਕਿਵੇਂ ਉਹ ਆਪਣੇ ਪੁੱਤਰ ਨੂੰ ਨਾ ਸਿਰਫ ਮਾਫ ਕਰਦਾ ਹੈ, ਸਗੋਂ ਉਸਨੂੰ ਉਸਦੇ ਅਧਿਕਾਰ ਵੀ ਵਾਪਸ ਦਿੰਦਾ ਹੈ। ਇਹ ਕਹਾਣੀ ਪਿਤਾ ਦੇ ਦਿਲ ਦਾ ਬਿਆਨ ਕਰਦੀ ਹੈ ਕਿ ਸਾਡਾ ਪਰਮੇਸ਼ਰ ਪਿਤਾ ਪਿਆਰ ਕਰਨ ਵਾਲਾ, ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਹੈ। ਜੇਕਰ ਅਸੀਂ ਸੱਚੇ ਦਿਲ ਨਾਲ ਤੌਬਾ ਕਰਕੇ ਉਸਦੇ ਕੋਲ ਆਉਂਦੇ ਹਾਂ ਤਾਂ ਉਹ ਫਿਰ ਤੋਂ ਸਾਨੂੰ ਆਪਣੀ ਸੰਤਾਨ ਬਣਾ ਲੈਂਦਾ ਹੈ ਅਤੇ ਸਾਨੂੰ ਬਹਾਲ ਕਰ ਦਿੰਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਹੁਣ ਪਰਮੇਸ਼ਰ ਦੀ ਕਿਰਪਾ ਦੀ ਡੂੰਘਾਈ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਕਿਰਪਾ ਨੂੰ ਸਮਝਦੇ ਹੋਏ ਹੋਰ ਅੱਗੇ ਵਧਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੋਮੀਆਂ ਦੇ 2 ਅਧਿਆਏ ਦੀ 1 ਆਇਤ ਤੋਂ ਲੈ ਕੇ 16 ਆਇਤ ਤੱਕ ਗੌਰ ਕਰਾਂਗੇ। ਇਸ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਕਿਰਪਾ ਦੀ ਸਪਸ਼ਟ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਆਓ ਫਿਰ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਅਧਿਐਨ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। कता सब लोग पावण के उस तो बर कता सब लोग पावण ते कौमा ओस्तियां धन्यवाद गावण ते कौमा ओस्तियां धन्यवाद गावण। दादा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा। सिताइश बाप बेटे पाक रूह दी,
सिताइश बाप बेटे पाक रूह दी, सदा तो है सदा ती कर रहेगी, सदा तो है सदा ती कर रहेगी। ਮੈਂ ਆਪਣੀ ਕਾਪੀ ਵਿੱਚ ਇੱਕ ਵੱਡੇ ਭਾਗ ਬਾਰੇ ਦੋ ਗੱਲਾਂ ਲਿਖੀਆਂ ਹੋਈਆਂ ਹਨ। ਪਹਿਲੀ ਗੱਲ ਇਹ ਹੈ, ਉਹ ਇੱਕ ਪੁੱਤਰ ਸੀ ਜੋ ਇੱਕ ਨੌਕਰ ਦੀ ਤਰ੍ਹਾਂ ਜੀ ਰਿਹਾ ਸੀ। ਉਸ ਦਾ ਸਾਰਾ ਭਾਸ਼ਣ ਇਸ ਬਾਰੇ ਹੀ ਹੈ ਕਿ ਉਸ ਦੇ ਪਿਤਾ ਨੇ ਜੋ ਕਰਨ ਦਾ ਹੁਕਮ ਉਸ ਨੂੰ ਦਿੱਤਾ ਸੀ, ਉਹ ਸਭ ਕਰਨ ਵਿੱਚ ਉਹ ਕਿੰਨਾ ਵਫਾਦਾਰ ਰਿਹਾ ਸੀ। ਜੀ ਹਾਂ, ਉਹ ਇੱਕ ਪੁੱਤਰ ਹੈ, ਉਹ ਕੋਈ ਨੌਕਰ ਨਹੀਂ ਸੀ, ਉਹ ਤਾਂ ਪੁੱਤਰ ਹੀ ਸੀ। ਸੋ ਹਮੇਸ਼ਾ ਹੀ ਸੋਚਿਆ ਸੀ ਕਿ ਇਸ ਵੱਡੇ ਲੜਕੇ ਨਾਲ ਕਰਨ ਦਾ ਢੰਗ ਕੀ ਹੈ, ਅਤੇ ਮੈਂ ਜਾਣਿਆ ਉਸ ਨਾਲ ਇਸ ਤਰ੍ਹਾਂ ਦਾ ਵਰਤਾਓ ਨਹੀਂ ਸੀ ਕੀਤਾ ਗਿਆ। ਮੈਂ ਹਮੇਸ਼ਾ ਸੋਚਿਆ ਸੀ ਕਿ ਇਹ ਕਹਾਣੀ ਇਸ ਤਰ੍ਹਾਂ ਸੀ, ਛੋਟੇ ਲੜਕੇ ਨੇ ਆਣ ਕੇ ਆਖਿਆ ਸੀ, ਮੇਰਾ ਹਿੱਸਾ ਚਾਹੀਦਾ ਹੈ, ਜੋ ਕਿ ਉਸ ਨੂੰ ਉਸ ਦੇ ਪਿਤਾ ਦੇ ਮਰਨ ਤੱਕ ਨਹੀਂ ਸੀ ਮਿਲਣਾ। ਇਸ ਤਰ੍ਹਾਂ ਉਸ ਦੇ ਪਿਤਾ ਨੇ ਦੇਣ ਦੇ ਪੂਰਨ ਕੰਮ ਕੀਤਾ ਅਤੇ ਛੋਟੇ ਲੜਕੇ ਨੂੰ ਉਸ ਦਾ ਹਿੱਸਾ ਦੇ ਦਿੱਤਾ। ਪਰ ਵੱਡੇ ਲੜਕੇ ਨੇ ਜਿਸ ਤਰ੍ਹਾਂ ਸੀ ਉਸੇ ਤਰ੍ਹਾਂ ਰਹਿਣਾ ਜਾਰੀ ਰੱਖਿਆ। ਇਹ ਸਭ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ। ਬਾਈਬਲ ਵਿੱਚ ਝਾਤੀ ਮਾਰ ਕੇ ਗੌਰ ਕਰੋ ਕਿ ਬਾਈਬਲ ਸਾਨੂੰ ਇਸ ਤਰ੍ਹਾਂ ਵਿਸ਼ਵਾਸ ਕਰਨ ਤੋਂ ਰੋਕਦੀ ਹੈ। ਅਸਲ ਵਿੱਚ ਜੇਕਰ ਆਪ 12 ਐਤ ਉੱਤੇ ਗੌਰ ਕਰੋ, ਤਦ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਆਖਦੀ ਹੈ, ਅਤੇ ਉਹਨਾਂ ਵਿੱਚ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਸ ਨੂੰ ਵੰਡ ਦਿੱਤੀ। ਕਿ ਇਹੋ ਹੈ ਜੋ ਇੱਥੇ ਆਖਿਆ ਗਿਆ ਨਹੀਂ? ਸੋ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਉਸ ਪਲ ਪਿਤਾ ਨੇ ਆਪਣੀ ਸਾਰੀ ਪੂੰਜੀ ਆਪਣੇ ਛੋਟੇ ਪੁੱਤਰ ਅਤੇ ਆਪਣੇ ਵੱਡੇ ਪੁੱਤਰ ਨੂੰ ਵੰਡ ਦਿੱਤੀ। ਵੱਡਾ ਪੁੱਤਰ ਬਿਨਾਂ ਕੁਝ ਖਰਚਾ ਕਰਦਿਆਂ ਘਰ ਵਿੱਚ ਵਿਹਲਾ ਬੈਠਾ, ਅਤੇ ਉਹਦਾ ਸਾਰੀ ਪੂੰਜੀ ਅਧਿਕਾਰ ਉਸ ਉੱਤੇ ਸੀ, ਅਤੇ ਉਹ ਆਪਣੇ ਦੇ ਨਾਲ ਰਾਜ ਕਰਦਾ ਸੀ। ਅਤੇ ਸ਼ਾਇਦ ਉਹਨਾਂ ਨੇ ਇਹ ਸਮਝੌਤਾ ਕੀਤਾ ਹੋਇਆ ਸੀ, ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਦੇ ਪਿਤਾ ਨੇ 31 ਐਤ ਵਿੱਚ ਉਸ ਨੂੰ ਆਖਿਆ ਸੀ ਕਿ ਬੱਚਾ, ਤੂੰ ਸਦਾ ਮੇਰੇ ਨਾਲ ਹੈ ਅਤੇ ਮੇਰਾ ਸਭ ਕੁਝ ਤੇਰਾ ਹੈ। ਇਹ ਅਸਲ ਵਿੱਚ ਇਸੇ ਤਰ੍ਹਾਂ ਹੀ ਸੀ। ਉਹਨੂੰ ਬਿਲਕੁਲ ਬੇਦਖਲ ਨਹੀਂ ਸੀ ਕੀਤਾ ਗਿਆ। ਉਸ ਨੂੰ ਠੀਕ ਉਸੇ ਤਰ੍ਹਾਂ ਦਾ ਵਰਤਾਓ ਹੀ ਕੀਤਾ ਗਿਆ ਸੀ ਜਿਸ ਤਰ੍ਹਾਂ ਦੀ ਆਸ ਅਸੀਂ ਰੱਖਦੇ ਹਾਂ। ਉਸ ਨੇ ਉਸ ਨੂੰ ਆਪਣੇ ਕਰਕੇ ਵੀ ਨਹੀਂ ਸੀ ਰੱਖਿਆ। ਉਹ ਆਖਦਾ ਹੈ, ਤੇਰਾ ਪੁੱਤਰ। ਉਸ ਦਾ ਇਜ਼ਹਾਰ ਵਿੱਚ ਆਈ ਜਾਣ ਵਾਲੀ ਕੁੜੱਤਣ ਨੂੰ ਆਪ ਸਮਝ ਸਕਦੇ ਹੋ। ਤੁਹਾਡਾ ਇਹ ਪੁੱਤਰ ਘਰ ਆਇਆ ਹੈ। ਦੂਸਰੀ ਗੱਲ ਹੈ, ਇਸ ਵੱਡੇ ਭਰਾ ਬਾਰੇ ਇਹੋ ਹੀ ਹੈ ਕਿ ਇਹ ਇੱਕ ਪਾਪੀ ਸੀ ਜਿਸ ਨੇ ਸੋਚਿਆ ਸੀ ਕਿ ਉਹ ਇੱਕ ਸੰਤ ਹੈ। ਇਹ ਵੱਡਾ ਭਰਾ ਇੱਕ ਪੁੱਤਰ ਸੀ ਜੋ ਕਿ ਇੱਕ ਨੌਕਰ ਵਰਗੀ ਅਧਿਕਾਰੀ ਕਰ ਰਿਹਾ ਸੀ, ਅਤੇ ਅੰਤ ਵਿੱਚ ਉਹ ਇੱਕ ਪਾਪੀ ਹੀ ਸੀ ਜਿਸ ਨੇ ਸੋਚਿਆ ਕਿ ਉਹ ਇੱਕ ਸੰਤ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਹਨ ਕਿ ਉਹ ਨਹੀਂ ਹਨ। ਇਹੋ ਜਿਹੇ ਪਾਪੀ ਜੋ ਇਹ ਸੋਚਦੇ ਹਨ ਕਿ ਉਹ ਤਾਂ ਸੰਤ ਹਨ। ਯਿਸੂ ਜੀ ਨੇ ਇਸ ਤੋਂ ਪਹਿਲਾਂ ਭਾਗਾਂ ਵਿੱਚ ਆਖਿਆ ਸੀ ਕਿ ਇਹੋ ਜਿਹਾ ਇੱਕ ਤੌਬਾ ਕਰਨ ਵਾਲੇ ਪਾਪੀ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ, ਬਹੁਤ ਖੁਸ਼ੀ ਹੋਵੇਗੀ। ਯਿਸੂ ਜੀ ਇਹ ਗੱਲ ਫਰੀਸੀਆਂ ਬਾਰੇ ਕਰਦੇ ਆਖਦੇ ਸੀ, ਅਤੇ ਉਹ ਵੱਡੇ ਭਰਾ ਬਾਰੇ ਵੀ ਗੱਲ ਕਰ ਰਹੇ ਸਨ। ਉਸਨੇ ਨਹੀਂ ਸੀ ਸੋਚਿਆ ਕਿ ਉਸ ਨੂੰ ਤੌਬਾ ਕਰਨ ਦੀ ਲੋੜ ਸੀ। ਵੱਡੇ ਪੁੱਤਰ ਦੀ ਘਮੰਡੀ ਜਿੱਦੀ ਬੋਲਚਾਲ ਬਾਰੇ ਗੌਰ ਕਰੋ। ਉਸਨੇ 29 ਐਤ ਵਿੱਚ ਆਖਿਆ ਸੀ, ਮੈਂ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ। ਜੀ ਨਹੀਂ, ਕਦੇ ਨਹੀਂ। ਇਹੋ ਜਿਹਾ ਕੋਈ ਪੁੱਤਰ ਹੋਇਆ ਹੈ ਜੋ ਪੂਰੀ ਇਮਾਨਦਾਰੀ ਨਾਲ ਇਸ ਤਰ੍ਹਾਂ ਆਖ ਸਕੇ ਕਿ ਕੋਈ ਵੀ ਇੱਥੇ ਇਹੋ ਜਿਹਾ ਹੈ ਜੋ ਇਹ ਆਖ ਸਕੇ ਕਿ ਮੈਂ ਆਪਣੇ ਪਿਤਾ ਦਾ ਹੁਕਮ ਕਦੇ ਨਹੀਂ ਮੋੜਿਆ। ਕਦੇ ਵੀ ਨਹੀਂ ਹੋਇਆ। ਆਮ ਉਸ ਨੂੰ ਖੜੇ ਹੋ ਕੇ ਇਸ ਨੂੰ ਜ਼ਾਹਿਰ ਕਰਦਾ ਹੈ। ਸਮਝ ਸਕਦੇ ਹੋ ਕਿ ਉਹ ਆਪਣੇ ਭਰਾ ਦੀ ਤੁਲਨਾ ਵਿੱਚ ਕਿੰਨਾ ਜ਼ਿਆਦਾ ਨੇਕ ਸੀ। ਮੈਂ ਤਾਂ ਸੰਪੂਰਨ ਹਾਂ। ਸਮੱਸਿਆ ਇਹ ਸੀ ਕਿ ਉਹ ਇੱਕ ਘਮੰਡੀ ਸਵੈ ਧਰਮੀ ਮਨੁੱਖ ਸੀ। ਉਹ ਪਾਰਟੀ ਵਿੱਚ ਸ਼ਾਮਲ ਨਹੀਂ ਸੀ ਹੋਣਾ ਚਾਹੁੰਦਾ। ਹੁਣ ਇਸ ਕਹਾਣੀ ਦਾ ਅੰਤ ਹੋ ਹੀ ਚੁੱਕਾ ਹੈ। ਮੈਂ ਤਾਂ ਬਸ ਇਸ ਦੇ ਅੰਤ ਇਸ ਸੋਚ ਨਾਲ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਯਿਸੂ ਜੀ ਨੇ ਇਸ ਕਹਾਣੀ ਨੂੰ ਕਿਉਂ ਦੱਸਿਆ ਸੀ। ਕਿ ਕਦੇ ਆਪ ਨੇ ਇਸ ਬਾਰੇ ਸੋਚਣਾ ਬੰਦ ਕੀਤਾ ਹੈ ਕਿ ਇਹ ਸਿਰਫ ਯਿਸੂ
ਦੀ ਕਹਾਣੀ ਨਾਲ ਭਰੀ ਹੋਈ ਸਹਿਜ ਕਿਤਾਬ ਹੈ? ਨਹੀਂ। ਯਿਸੂ ਜੀ ਨੇ ਕਦੇ ਵੀ ਕੋਈ ਕਹਾਣੀ ਬਿਨਾਂ ਕਿਸੇ ਉਦੇਸ਼ ਦੇ ਨਹੀਂ ਸੀ ਦੱਸੀ। ਮੈਂ ਆਪ ਨੂੰ ਇਸ ਕਹਾਣੀ ਦੇ ਉਦੇਸ਼ ਦੱਸਣਾ ਚਾਹੁੰਦਾ ਹਾਂ, ਕਿਉਂਕਿ ਇਹ ਸਭ ਕਿਰਪਾ ਦੇ ਨਾਲ ਸੰਬੰਧ ਰੱਖਦਾ ਹੈ। 15 ਅਧਿਆਏ ਦੀਆਂ ਆਰੰਭ ਦੀਆਂ ਐਤਾਂ ਨਾਲ ਆਓ ਅਤੇ ਗੌਰ ਕਰੋ। ਲੂਕਾ 15 ਅਧਿਆਏ 1-2 ਦੇ ਵਚਨ ਹਨ ਕਿ ਸਭ ਮਸੂਲੀਏ ਔਰ ਪਾਪੀ ਉਹਦੀ ਸੁਣ ਲਈ ਉਹਦੇ ਨੇੜੇ ਆਉਂਦੇ ਸਨ, ਅਤੇ ਫਰੀਸੀ ਔਰ ਗ੍ਰੰਥੀ ਦੋਵੇਂ ਬੁੜਬੜਾ ਕੇ ਬੋਲੇ, ਭਾਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਨਾਲ ਖਾਂਦਾ ਹੈ। ਇਸ ਕਰਕੇ ਯਿਸੂ ਜੀ ਆਖਦੇ ਸਨ, ਆਓ ਬੈਠੋ, ਮੈਂ ਤੁਹਾਨੂੰ ਕੁਝ ਕਹਾਣੀਆਂ ਸੁਣਾਉਂਦਾ ਹਾਂ। ਉਸ ਨੇ ਆਖਿਆ ਸੀ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਤੁਸੀਂ ਬਿਲਕੁਲ ਠੀਕ ਆਖਿਆ ਹੈ। ਮੈਂ ਉਹਨਾਂ ਨੂੰ ਕਬੂਲ ਕਰਦਾ ਹਾਂ ਅਤੇ ਮੈਂ ਉਹਨਾਂ ਦੇ ਨਾਲ ਖਾਂਦਾ ਹਾਂ, ਪਰ ਤੁਸੀਂ ਇਸ ਬਾਰੇ ਜ਼ਿਆਦਾ ਗੱਲ ਨਾ ਕਰੋ। ਮੈਂ ਉਹਨਾਂ ਦੇ ਪਿੱਛੇ ਭੱਜਦਾ ਹਾਂ, ਮੈਂ ਪਾਪੀ ਦੇ ਪਿੱਛੇ ਦੌੜਦਾ ਹਾਂ, ਮੈਂ ਪਿੰਡ ਵੱਲ ਉਹਨਾਂ ਨੂੰ ਖਿੱਚਦਾ ਹਾਂ, ਦੌੜਦਾ ਹਾਂ। ਮੈਂ ਉਹਨਾਂ ਦੇ ਮਨਮੌਜੀ ਅਤੇ ਸਮਾਂ ਕੇਂਦਰਿਤ ਹੋਣ ਵਿੱਚ ਦਾਖਲ ਹੁੰਦਾ ਹਾਂ ਅਤੇ ਅੰਦਰ ਆ ਜਾਣ ਲਈ ਉਹਨਾਂ ਦੀਆਂ ਮਿੰਨਤਾਂ ਕਰਦਾ ਹਾਂ। ਮੇਰਾ ਸਭ ਕੁਝ ਪਾਪੀਆਂ ਵਾਸਤੇ ਹੈ, ਕਿਉਂਕਿ ਮੇਰਾ ਮਨੋਰਥ ਹੀ ਇਹ ਹੈ, ਕਿਉਂਕਿ ਮਨੁੱਖ ਦਾ ਪੁੱਤਰ ਗੁਆਚਿਆ ਹੋਇਆਂ ਨੂੰ ਪਾਲਣ ਅਤੇ ਬਚਾਉਣ ਲਈ ਆਇਆ। ਅਤੇ ਉਸ ਨੇ ਫਰੀਸੀਆਂ ਨੂੰ ਇਹ ਕਹਾਣੀ ਇਹ ਸਮਝਣ ਵਿੱਚ ਮਦਦ ਕਰਨ ਲਈ ਆਖੀ ਸੀ ਕਿ ਉਸ ਦੇ ਜੀਵਨ ਦਾ ਸੰਪੂਰਨ ਉਦੇਸ਼ ਠੀਕ ਇਹੋ ਹੀ ਸੀ ਜਿਸ ਕਰਕੇ ਉਹ ਉਸ ਉੱਤੇ ਦੋਸ਼ ਲਗਾ ਰਹੇ ਸਨ। ਅਤੇ ਸੱਚਮੁੱਚ ਇਸ ਕਹਾਣੀ ਵਿੱਚ ਉਸ ਨੇ 2 ਨਿਯਮ ਦੇ ਪਾਪੀਆਂ ਤੱਕ ਆਪਣੀ ਪਹੁੰਚ ਬਣਾਈ ਸੀ। ਜੇਕਰ ਇਸ ਤਰ੍ਹਾਂ ਦੀ ਕੋਈ ਚੀਜ਼ ਹੈ, 2 ਕਿਸਮ ਦੇ ਪਾਪੀ, ਇੱਕ ਉਹ ਹੈ ਜੋ ਇੰਨਾ ਘਮੰਡੀ ਸੀ ਕਿ ਉਹ ਤਾਂ ਉਸ ਪਾਰਟੀ ਵਿੱਚ ਵੀ ਨਹੀਂ ਸੀ ਆਉਣਾ ਚਾਹੁੰਦਾ, ਅਤੇ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਪਰਮੇਸ਼ਰ ਦੀ ਕਿਰਪਾ ਨੂੰ ਕਬੂਲ ਨਹੀਂ ਸੀ ਕੀਤਾ। ਕਿ ਆਪ ਜਾਣਦੇ ਹੋ ਕਿ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਕੇ ਆਪ ਨੂੰ ਸਵਰਗ ਵਿੱਚ ਜਾਣ ਤੋਂ ਰੋਕਦਾ ਹੋਵੇਗਾ, ਉਹ ਹੈ ਆਪ ਦਾ ਘਮੰਡ। ਇਹ ਸੋਚ ਕੇ ਆਪ ਇਹ ਖੁਦ ਹੀ ਕਰ ਸਕਦੇ ਹੋ, ਇਹ ਸੋਚ ਕੇ ਆਪ ਪਰਮੇਸ਼ਰ ਤੋਂ ਬਗੈਰ ਠੀਕ ਠਾਕ ਹੋ ਸਕਦੇ ਹੋ, ਇਹ ਆਪ ਨੂੰ ਸਵਰਗ ਤੋਂ ਬਾਹਰ ਰੱਖੇਗਾ। ਇਸ ਤੋਂ ਭੈੜੀ ਗੱਲ ਇਹ ਹੈ ਕਿ ਇਹ ਆਪ ਨੂੰ ਨਰਕ ਵਿੱਚ ਘੱਲ ਦੇਵੇਗਾ। ਫਿਰ ਛੋਟਾ ਪੁੱਤਰ ਹੈ ਸੀ ਜਿਸ ਨੇ ਅਸਲ ਵਿੱਚ ਆਪਣੇ ਜੀਵਨ ਨੂੰ ਉਲਝਾ ਲਿਆ ਸੀ। ਉਸ ਨੇ ਸਭ ਕੁਝ ਉਦੋਂ ਤੱਕ ਗਲਤ ਹੀ ਕੀਤਾ ਸੀ ਜਦੋਂ ਤੱਕ ਪਿਤਾ ਦੀ ਕਿਰਪਾ ਨੇ ਉਸ ਨੂੰ ਘੇਰ ਨਹੀਂ ਸੀ ਲਿਆ। ਫਿਰ ਉਸ ਨੇ ਇਸ ਨੂੰ ਸੁਧਾਰਿਆ ਅਤੇ ਉਸ ਨੇ ਤੌਬਾ ਕੀਤੀ ਸੀ, ਅਤੇ ਆਪ ਜਾਣਦੇ ਹੋ ਕਿ ਉਸ ਦਿਨ ਇੱਕ ਪਾਰਟੀ ਇਸ ਧਰਤੀ ਉੱਤੇ ਅਤੇ ਇੱਕ ਪਾਰਟੀ ਸਵਰਗ ਵਿੱਚ ਸੀ, ਕਿਉਂਕਿ ਪਾਪੀ ਘਰ ਵਾਪਸ ਆ ਚੁੱਕਾ ਸੀ। ਮੈਂ ਅੱਜ ਆਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਪ ਨੇ ਪਰਮੇਸ਼ਰ ਦੀ ਕਿਰਪਾ ਨੂੰ ਕਬੂਲ ਕਰ ਲਿਆ ਹੈ ਕਿ ਨਹੀਂ। ਆਪਣੇ ਜਾਣ ਲਿਆ ਹੈ ਕਿ ਪਰਮੇਸ਼ਰ ਜਿਸ ਨੂੰ ਆਪਣੀ ਕਿਰਪਾ ਦੀ ਪੇਸ਼ਕਸ਼ ਕਰਦਾ ਹੈ ਉਸ ਵਿੱਚ ਕੋਈ ਪੱਖਪਾਤ ਨਹੀਂ ਕਰਦਾ। ਆਪ ਭਾਵੇਂ ਕੋਈ ਵੀ ਹੋਵੋ, ਉਹ ਅੱਜ ਆਪ ਦੇ ਅੱਗੇ ਆਪਣੀ ਕਿਰਪਾ ਦੀ ਪੇਸ਼ਕਸ਼ ਕਰ ਰਿਹਾ ਹੈ। ਆਮੀਨ। ਤਦ ਮੇਰੇ ਨਾਲ ਰੋਮੀਓ ਦੀ ਪੱਤਰੀ ਦੇ 2 ਅਧਿਆਏ ਨੂੰ ਕੱਢੋ। ਰੋਮੀਓ ਦੀ ਪੱਤਰੀ ਦਾ 2 ਅਧਿਆਏ ਅਸੀਂ ਜੌਨ ਨਿਊਟਨ ਦੇ ਕਿਰਪਾ ਬਾਰੇ ਨਜ਼ਰੀਆ ਤੇ ਕਿਰਪਾ ਦੇ ਵਿਸ਼ੇ ਬਾਰੇ ਅਧਿਐਨ ਕਰਦੇ ਆ ਰਹੇ ਹਾਂ, ਜੋ ਕਿ ਕਦੇ ਵੀ ਸਭ ਤੋਂ ਮਹਾਨ ਲਿਖੇ ਗਏ ਭਜਨ ਦੇ ਲੇਖਕ, ਜਿਸ ਦਾ ਨਾਮ ਮੈਜਿਕ ਗ੍ਰੇਸ ਹਾਊ ਸਵੀਟ ਦਾ ਸਾਊਂਡ, ਭਾਵੇਂ ਇਹ ਭਜਨ 1773 ਈਸਵੀ ਵਿੱਚ ਲਿਖਿਆ ਗਿਆ ਸੀ, ਪਰ ਅੱਜ ਵੀ ਇਹ ਸਾਡੇ ਸੱਭਿਆਚਾਰ ਉੱਤੇ ਆਪਣੀ ਵੱਡੀ ਛਾਪ ਛੱਡ ਰਿਹਾ ਹੈ ਅਤੇ ਸਾਡੇ ਕਰੀਬ ਹਰ ਜਸ਼ਨ ਅਤੇ ਰਸਮ ਵਿੱਚ ਇਸ ਨੂੰ ਗਾਇਆ ਜਾਂਦਾ ਹੈ। ਅਤੇ ਇਹੋ ਹੀ ਨਹੀਂ, ਸਾਰੇ ਜਗਤ ਵਿੱਚ ਹੀ ਬਹੁਤ ਥਾਈਂ ਇਸ ਨੂੰ ਗਾਇਆ ਜਾਂਦਾ ਹੈ। ਇਸ ਭਜਨ ਨੂੰ ਲਿਖਣ ਵਾਲੇ ਮਨੁੱਖ ਅਤੇ ਇਸ ਦੀ ਲੈਅ ਨਾਲ ਵੱਧ ਕੇ ਹੋਰ ਵੀ ਬਹੁਤ ਕੁਝ ਵੱਧ ਕੇ ਇਸ ਭਜਨ ਨਾਲ ਜੁੜਿਆ ਹੋਇਆ ਹੈ। ਉਹ ਕਾਰਨ ਜਿਸ ਕਰਕੇ ਇਸ ਭਜਨ ਦੇ ਲਗਾਤਾਰ ਜਾਰੀ ਰਹਿਣ ਦਾ ਗੁਣ ਕਾਇਮ ਹੈ, ਉਹ ਹੈ ਕਿਰਪਾ ਦਾ ਸੰਦੇਸ਼ ਜੋ ਕਿ ਇਹ ਸਾਨੂੰ ਦਿੰਦਾ ਹੈ। ਕਿਰਪਾ ਇੱਕ ਬਹੁਤ ਹੀ ਹੈਰਾਨਕੁਨ ਚੀਜ਼ ਹੈ। ਇਹ ਕੋਈ ਗੁਣ ਨਹੀਂ ਜਿਸ ਦੇ ਬਾਰੇ ਸਾਡੇ ਵਿੱਚ ਬਹੁਤ ਸਾਰੇ ਆਪਣੀਆਂ ਨਿੱਜੀ ਜ਼ਿੰਦਗੀਆਂ ਜੀ ਰਹੇ ਹਨ, ਉਹ ਆਪਣੇ ਆਤਮਿਕ ਜੀਵਨ ਵਿੱਚ ਵੀ ਜਾਣਦੇ ਹੋਏ, ਪਰ ਜੌਨ ਨਿਊਟਨ ਨੇ ਇਸ ਨੂੰ ਇੱਕ ਇਹੋ ਜਿਹਾ ਨਾ ਵਿਸ਼ਵਾਸ ਕੀਤੇ ਜਾਣ ਵਾਲੇ ਢੰਗ ਨਾਲ ਜਾਣਿਆ ਸੀ ਕਿ ਜਦੋਂ ਉਸ ਨੇ ਇਸ ਭਜਨ ਦੇ ਸ਼ਬਦਾਂ ਨੂੰ ਲਿਖਿਆ ਸੀ ਤਦ ਉਸ ਨੇ ਕੁਝ ਵੀ ਨਹੀਂ ਸੀ ਛੱਡਿਆ। ਉਸ ਨੇ ਕਿਰਪਾ ਦੇ ਸੰਪੂਰਨ ਸੁਰ ਨੂੰ ਅਤੇ ਕਿਸ ਤਰ੍ਹਾਂ ਇਹ ਸਾਡੇ ਜੀਵਨ ਉੱਤੇ ਅਸਰ ਪਾਉਂਦਾ ਹੈ, ਇਹ ਸਭ ਨੂੰ ਉਲੋਕਿਆ ਸੀ। ਅੱਜ ਅਸੀਂ ਇਸ ਭਜਨ ਦੇ ਉਸ ਪਹਿਰੇ ਉੱਤੇ ਗੌਰ ਕਰਨ ਜਾ ਰਹੇ ਹਾਂ ਜਿੱਥੇ ਉਹ ਆਖਦਾ ਹੈ ਕਿ ਇੱਕ ਸਮੇਂ ਮੈਂ ਅੰਨਾ ਸੀ ਪਰ ਹੁਣ ਮੈਂ ਵੇਖਦਾ ਹਾਂ। ਮੈਂ ਅਕਸਰ ਮਸੀਹੀ ਲੋਕਾਂ ਨੂੰ ਜੌਨ ਨਿਊਟਨ ਅਤੇ ਉਸ ਦੀ ਕਹਾਣੀ ਦੀਆਂ ਗੱਲਾਂ ਕਰਦੇ ਸੁਣਿਆ ਹੈ ਕਿ ਕਿਸ ਤਰ੍ਹਾਂ ਇੱਕ ਸਮੇਂ ਇੱਕ ਗੁਲਾਮ ਦਾ ਵਪਾਰ ਕਰਨ ਵਾਲਾ ਸੀ ਅਤੇ ਪਰਮੇਸ਼ਰ ਦੀ ਕਿਰਪਾ ਦੇ ਚਮਤਕਾਰ ਦੇ ਰਾਹੀਂ ਉਸ ਨੇ ਇੱਕ ਦ੍ਰਿੜ ਵਿਸ਼ਵਾਸ ਨੇ ਜਕੜ ਲਿਆ ਸੀ ਅਤੇ ਗਹਿਰੇ ਸਮੁੰਦਰ ਵਿਚਕਾਰ ਇੱਕ ਭਿਆਨਕ ਤੂਫਾਨ ਦੇ ਵਿਚਕਾਰ ਉਸ ਨੇ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕੀਤਾ ਸੀ। ਉਸ ਦਾ ਮਨ ਤਬਦੀਲ ਹੋ ਗਿਆ ਸੀ। ਅਸੀਂ ਇਸ ਕਹਾਣੀ ਨੂੰ ਸੁਣ ਕੇ ਇਹ
ਪ੍ਰਵਾਹ ਬਣਾ ਲੈਂਦੇ ਹਾਂ ਕਿ ਉਸ ਘੜੀ ਤੋਂ ਝਟਪਟ ਜੌਨ ਨਿਊਟਨ ਆਪਣੇ ਪਾਪ ਤੋਂ ਪਰੇ ਹੋ ਗਿਆ ਸੀ ਅਤੇ ਫਿਰ ਇਹ ਲਿਖਣ ਲਈ ਬੈਠ ਗਿਆ ਸੀ। ਅਮੇਜ਼ਿੰਗ ਗ੍ਰੇਸ ਸੋ ਸਵੀਟ ਦ ਸਾਊਂਡ ਦੈਟ ਸੇਵਡ ਅ ਵਰਥ ਲਾਈਕ ਮੀ। ਪਰ ਇਹ ਸਭ ਕੁਝ ਇਸ ਤਰ੍ਹਾਂ ਨਹੀਂ ਸੀ ਵਰਪਿਆ। ਉਹ ਭਜਨ 1773 ਈਸਵੀ ਵਿੱਚ ਲਿਖਿਆ ਗਿਆ ਸੀ। ਜੌਨ ਨਿਊਟਨ ਤਾਂ ਇਸ ਤੋਂ ਕਈ ਸਾਲ ਪਹਿਲਾਂ ਬਚਾ ਗਿਆ ਸੀ। ਹੋ ਸਕਦਾ ਹੈ ਉਸ ਦੀਆਂ ਅੱਖਾਂ ਉਸ ਰਾਤ ਖੁੱਲ੍ਹ ਗਈਆਂ ਹੋਣ ਜਿਸ ਰਾਤ ਉਸ ਨੇ ਉਸ ਜਹਾਜ਼ ਉੱਤੇ ਸਵਾਰੀ ਕਰਦਿਆਂ ਮਸੀਹ ਨੂੰ ਕਬੂਲ ਕੀਤਾ ਸੀ। ਪਰ ਉਹ ਅੱਖਾਂ ਪੂਰੀ ਤਰ੍ਹਾਂ ਨਹੀਂ ਸੀ ਖੁੱਲੀਆਂ। ਭਾਵੇਂ ਉਹ ਇੱਕ ਮਸੀਹ ਹੋ ਗਿਆ ਸੀ। ਲਿਵਰਪੂਲ ਨੂੰ ਵਾਪਸ ਆ ਕੇ ਨਿਊਟਨ ਨੇ ਝਟਪਟ ਅਫਰੀਕਾ ਨੂੰ ਜਾਣ ਦੀ ਤਿਆਰੀ ਕੀਤੀ, ਜਿੱਥੇ ਉਹ ਇੱਕ ਤੋਂ ਬਾਅਦ ਇੱਕ ਪਿੰਡ ਵਿੱਚ ਮਨੁੱਖੀ ਪ੍ਰਾਣੀਆਂ ਨੂੰ ਖਰੀਦਦਾ ਹੋਇਆ ਸਫ਼ਰ ਕਰਦਾ ਗਿਆ ਅਤੇ ਸਮਾਨ ਦੀ ਤਰ੍ਹਾਂ ਉਹਨਾਂ ਨੂੰ ਵਾਪਸ ਭੇਜਦਾ ਰਿਹਾ। ਉਸ ਨੇ ਅਟਲਾਂਟਿਕ ਸਮੁੰਦਰ ਵਿੱਚ ਸਫ਼ਰ ਕਰਦਿਆਂ ਆਪਣੇ ਕੁਆਟਰਾਂ ਵਿੱਚ ਰਹਿੰਦੇ ਆਪਣੇ ਲਿਤੂਆਨੀ ਭਾਸ਼ਾ ਦੀ ਬਾਈਬਲ ਪੜ੍ਹ ਰਿਹਾ ਸੀ, ਜਦੋਂ 200 ਗੁਲਾਮ ਦੋ ਕਰਕੇ ਜਕੜੇ ਹੋਏ ਇਸ ਤਰ੍ਹਾਂ ਭਰੇ ਹੋਏ ਸਨ ਜਿਸ ਤਰ੍ਹਾਂ ਪੁਰਾਣੀਆਂ ਕਿਤਾਬਾਂ ਨੂੰ ਤੁੰਨ ਕੇ ਭਰਿਆ ਹੋਵੇ। ਇਹਨਾਂ ਗੁਲਾਮਾਂ ਦਾ 1/3 ਹਿੱਸਾ ਲੰਮੀ ਸਮੁੰਦਰੀ ਯਾਤਰਾ ਦੇ ਦੌਰਾਨ ਮਰ ਗਿਆ ਸੀ ਅਤੇ ਬਹੁਤ ਸਾਰੇ ਹੋਰ ਕਈ ਗੰਭੀਰ ਬਿਮਾਰੀਆਂ ਨਾਲ ਤੜਫਦੇ ਸਨ। ਜਦੋਂ ਇਹ ਸਮੁੰਦਰੀ ਜਹਾਜ਼ ਸਾਊਥ ਕੈਰੋਲੀਨਾ ਚਾਰਲਸਟਨ ਨਾਂ ਦੀ ਬੰਦਰਗਾਹ ਵਿੱਚ ਪਹੁੰਚਿਆ, ਤਦ ਜੌਨ ਨਿਊਟਨ ਨੂੰ ਇਹਨਾਂ ਮਨੁੱਖਾਂ ਅਤੇ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਵਜੋਂ ਲੋਕਾਂ ਦੇ ਸਪੁਰਦ ਇੱਕ ਸਖਤ ਮਿਹਨਤ ਅਤੇ ਸ਼ੋਸ਼ਣ ਦੀ ਜ਼ਿੰਦਗੀ ਜਿਉਣ ਲਈ ਕਰ ਦਿੱਤਾ ਸੀ। ਕਈ ਸਾਲਾਂ ਤੱਕ ਨਿਊਟਨ ਨੂੰ ਕੋਈ ਵੀ ਇਸ ਤਰ੍ਹਾਂ ਦਾ ਖਿਆਲ ਨਹੀਂ ਸੀ ਕਿ ਉਹ ਗੁਲਾਮੀ ਇੱਕ ਲਾਨਤ ਸੀ, ਪਰ ਉਸ ਦੇ ਜ਼ਮਾਨੇ ਦੇ ਕਈ ਮਸੀਹੀ ਲੋਕ ਇਸ ਤਰ੍ਹਾਂ ਮੰਨਦੇ ਸਨ। ਉਸ ਨੇ ਆਪਣੇ ਖੁਦ ਦੇ ਜਹਾਜ਼ਾਂ ਦੀ ਇਜਾਜ਼ਤ ਦਿੱਤੀ ਸੀ ਅਤੇ ਕਈ ਵਰ੍ਹਿਆਂ ਤੱਕ ਮਨੁੱਖੀ ਜ਼ਿੰਦਗੀਆਂ ਨੂੰ ਚੋਰੀ ਕਰਨਾ ਅਤੇ ਵੇਚਣਾ ਜਾਰੀ ਰੱਖਿਆ ਸੀ। ਕੁੱਲ ਮਿਲਾ ਕੇ 10 ਵਰ੍ਹਿਆਂ ਤੱਕ ਜੌਨ ਨਿਊਟਨ ਨੇ ਗੁਲਾਮ ਦਾ ਵਪਾਰ ਕਰਨਾ ਜਾਰੀ ਰੱਖਿਆ ਅਤੇ ਇਹਨਾਂ ਵਿੱਚ ਜ਼ਿਆਦਾਤਰ ਵਰ੍ਹੇ ਉਸ ਦੇ ਮਨ ਪਰਿਵਰਤਨ ਤੋਂ ਬਾਅਦ ਦੇ ਸਨ। ਇਸ ਤੋਂ ਕੋਈ ਵੀ ਵਰ੍ਹੇ ਬਾਅਦ ਤੱਕ ਨਿਊਟਨ ਨਹੀਂ ਸੀ ਬਦਲਿਆ। ਮੈਂ ਨਿੱਜੀ ਤੌਰ ਤੇ ਇਹ ਵਿਸ਼ਵਾਸ ਕਰਦਾ ਹਾਂ ਕਿ ਉਹ ਉਸ ਭਿਆਨਕ ਕੰਮ ਨੂੰ ਕਰਨ ਬਾਰੇ ਅੰਨਾ ਹੋਣ ਦਾ ਜ਼ਿਕਰ ਕਰ ਰਿਹਾ ਸੀ ਜੋ ਉਸ ਜ਼ਮਾਨੇ ਦੇ ਸੱਭਿਆਚਾਰ ਦਾ ਇੱਕ ਹਿੱਸਾ ਸੀ। ਅਸੀਂ ਜੋ ਕਿ ਗੁਲਾਮੀ ਦੀ ਪ੍ਰਥਾ ਦੇ ਦੂਸਰੇ ਪਾਸੇ ਰਹਿ ਰਹੇ ਹਾਂ, ਭਾਵੇਂ ਅਸੀਂ ਪਿੱਛੇ ਝਾਤੀ ਮਾਰ ਸਕਦੇ ਹਾਂ ਤੇ ਇਸ ਨੂੰ ਜਾਣ ਸਕਦੇ ਹਾਂ ਕਿ ਇਹ ਕਿੰਨੀ ਭਿਆਨਕ ਪ੍ਰਥਾ ਸੀ, ਫਿਰ ਵੀ ਸਾਨੂੰ ਇਸ ਦੀ ਕੋਈ ਖਿਆਲ ਨਹੀਂ ਸੀ। ਉਸ ਜ਼ਮਾਨੇ ਦੇ ਸੱਭਿਆਚਾਰ ਦਾ ਇੱਕ ਕਿੰਨਾ ਅਟੁੱਟ ਹਿੱਸਾ ਸੀ ਅਤੇ ਹਰੇਕ ਨੇ ਕਿਵੇਂ ਇਸ ਨੂੰ ਸਵੀਕਾਰ ਕੀਤਾ ਹੋਇਆ ਸੀ। ਅਤੇ ਜੌਨ ਨਿਊਟਨ ਨੇ ਮਨ ਫਿਰਾਉਣ ਤੋਂ ਤੁਰੰਤ ਬਾਅਦ ਬਿਲਕੁਲ ਨਹੀਂ ਸੀ ਸਮਝਿਆ ਕਿ ਇਹ ਤਾਂ ਗਲਤ ਸੀ। ਜਦੋਂ ਸਾਲ ਦਰ ਸਾਲ ਉਸ ਦੀਆਂ ਅੱਖਾਂ ਹੋਰ ਵੀ ਜ਼ਿਆਦਾ ਖੁੱਲਣੀਆਂ ਸ਼ੁਰੂ ਹੋਈਆਂ, ਤਦ ਉਹ ਆਖਰਕਾਰ ਡਰਿਆ ਉੱਠਿਆ ਕਿ ਇਹ ਕੀ ਕਰ ਬੈਠਾ। ਉਹਦੇ ਦੋਸਤਾਂ ਵਿੱਚ ਇੱਕ ਨੇ ਦੱਸਿਆ ਕਿ ਕਦੇ ਵੀ ਉਹ 30 ਮਿੰਟ ਤੱਕ ਜੌਨ ਨਿਊਟਨ ਕੋਲ ਬਿਨਾਂ ਇਹ ਸੁਣਿਆ ਨਹੀਂ ਸੀ ਬੈਠਾ ਜਦੋਂ ਕਿ ਉਸ ਨੇ ਉਸ ਪੁਰਾਣੇ ਸਮੁੰਦਰੀ ਜਹਾਜ਼ ਦੇ ਕਪਤਾਨ ਨੂੰ ਗੁਲਾਮ ਦਾ ਵਪਾਰ ਕਰਨ ਬਾਰੇ ਪਛਤਾਵਾ ਨਾ ਕੀਤਾ ਹੋਵੇ। ਅਤੇ ਅੰਤ ਵਿੱਚ 1778 ਵਿੱਚ ਜੌਨ ਨਿਊਟਨ ਨੇ 10,000 ਸ਼ਬਦ ਦਾ ਇੱਕ ਲੇਖ ਲਿਖਿਆ ਸੀ, ਜਿਸ ਦਾ ਸਿਰਲੇਖ ਸੀ ਭੌਮ ਅਫਰੀਕਾ ਗੁਲਾਮ ਦੇ ਵਪਾਰ ਬਾਰੇ ਵਿਚਾਰ। ਅਤੇ ਉਸ ਲੇਖ ਵਿੱਚ ਉਸ ਨੇ ਮਾਫੀ ਮੰਗੀ ਅਤੇ ਜੋ ਕੁਝ ਗੁਲਾਮ ਹੈ ਸੀ ਉਸ ਦੀ ਨਿਖੇਧੀ ਕੀਤੀ ਸੀ। ਉਸ ਨੇ ਆਖਿਆ ਸੀ ਕਿ ਇਹ ਤਾਂ ਕੁਧਰਮੀ ਜ਼ਾਲਮਾਂ ਸਤਾਉ ਵਾਲੀ ਵਿਨਾਸ਼ਕਾਰੀ ਲਾਨਤ ਗੈਰ ਕਾਨੂੰਨੀ ਹੈ। ਜਦੋਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਤਦ ਜ਼ਿੰਦਗੀ ਜੋ ਉਸ ਦੀ ਭਰਪੂਰੀ ਲਈ ਗੁਜ਼ਾਰੀ ਸੀ, ਜੋ ਕੁਝ ਉਸ ਨੇ ਕੀਤਾ ਸੀ, ਉਸ ਵਿੱਚ ਕਈ ਐਸੇ ਜਿਹੇ ਮਨੁੱਖ ਸੀ ਉਹਦੀ ਮਦਦ ਕਰਨ ਦੇ ਲਈ ਕੋਸ਼ਿਸ਼ ਕਰਨ ਵਿੱਚ ਸ਼ਾਮਲ ਕੀਤੇ ਜਾਂਦੇ ਸਨ। ਆਖਰਕਾਰ ਗੁਲਾਮੀ ਦਾ ਖਾਤਮਾ ਕੀਤਾ ਸੀ ਅਤੇ ਇਸ ਦੇ ਵਿਰੁੱਧ ਲੜਦਿਆਂ ਉਹ ਬਹੁਤ ਹੀ ਪ੍ਰਭਾਵਸ਼ਾਲੀ ਸੀ। ਆਪਣੀ ਜ਼ਿੰਦਗੀ ਦੇ ਅੰਤ ਵਿੱਚ ਜੌਨ ਨਿਊਟਨ ਨੇ ਆਪਣੇ ਦੋਸਤਾਂ ਵਿੱਚ ਇੱਕ ਨੂੰ ਆਖਿਆ ਸੀ ਕਿ ਮੇਰੀ ਬਾਦਸ਼ਾਹ ਹੁਣ ਲਗਭਗ ਜਾ ਚੁੱਕੀ ਹੈ, ਪਰ ਮੈਨੂੰ 2 ਗੱਲਾਂ ਪੂਰੀ ਤਰ੍ਹਾਂ ਯਾਦ ਹਨ ਕਿ ਮੈਂ ਇੱਕ ਮਹਾਪਾਪੀ ਹਾਂ ਅਤੇ ਮਸੀਹ ਮਹਾਨ ਮੁਕਤੀਦਾਤਾ ਹੈ। ਅੱਜ ਸਾਡੇ ਵਿੱਚ ਸਾਰੇ, ਭਾਵੇਂ ਅਸੀਂ ਕੋਈ ਵੀ ਹੋਈਏ, ਅਸੀਂ ਵੀ ਇਹੋ ਹੀ ਆਸ ਰੱਖਦੇ ਹਾਂ ਕਿ ਅਸੀਂ ਨਹੀਂ ਆਖ ਸਕਦੇ। 2 ਗੱਲਾਂ ਸਾਨੂੰ ਯਾਦ ਹਨ ਕਿ ਇੱਕ ਮਹਾਪਾਪੀ ਹਾਂ, ਉਹ ਇੱਕ ਮਹਾਨ ਮੁਕਤੀਦਾਤਾ ਹੈ। ਅਸੀਂ ਆਪਣੇ ਮਨਾਂ ਵਿੱਚ ਇਸ ਬਾਰੇ ਸੋਚ ਕੇ ਕੰਬ ਰਹੇ ਹਾਂ। ਮੈਂ ਆਪਣੇ ਚਿਹਰੇ ਉੱਤੇ ਪਾਏ ਜਾਣ ਵਾਲੇ ਕੁਝ ਕੁ ਸਵਾਲਾਂ ਨੂੰ ਸਮਝਦਾ ਹਾਂ ਕਿ ਇਹ ਮਨੁੱਖ ਇੱਕ ਮਸੀਹੀ ਕਿਵੇਂ ਹੋ ਸਕਦਾ ਸੀ ਅਤੇ ਇਹ ਸਭ ਕਰਨਾ ਜਾਰੀ ਕਿਵੇਂ ਰੱਖ ਸਕਦਾ ਸੀ। ਇੱਕ ਮਸੀਹ ਹੋਣ ਤੋਂ ਬਾਅਦ ਉਸ ਨੇ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਨਾ ਕਿਉਂ ਜਾਰੀ ਰੱਖਿਆ ਸੀ? ਉਸ ਨੇ ਇਹ ਸਭ ਕਰਨਾ ਛੱਡ ਕਿਉਂ ਨਹੀਂ ਦਿੱਤਾ ਸੀ? ਜੀ ਹਾਂ, ਕਿਸੇ ਨੇ ਲਿਖਿਆ ਸੀ ਕਿ ਸਾਡੀ ਇਸ ਦੀ ਬੇਪ੍ਰਤੀਤੀ ਦਾ ਇੱਕ ਹਿੱਸਾ ਇਹ ਨਾ
ਜਾਣਨਾ ਹੀ ਹੈ ਕਿ ਅਸੀਂ ਖੁਦ ਹੀ ਇੱਕ ਬੇਪ੍ਰਤੀਤੀ ਹਾਂ। ਇਹ ਸੱਚ ਨਹੀਂ ਹੈ ਅਤੇ ਇਹ ਤਾਂ ਸਾਡੇ ਸਾਰਿਆਂ ਬਾਰੇ ਸੱਚ ਹੀ ਹੈ। ਸਾਡੇ ਵਿੱਚ ਜ਼ਿਆਦਾਤਰ ਆਪਣੇ ਇਸ ਮਸਕਲੀ ਜੀਵਨ ਵਿੱਚ ਕਦੇ ਵੀ ਗੁਲਾਮੀ ਦੀ ਬੁਰਾਈ ਵਿੱਚ ਸ਼ਰੀਕ ਨਹੀਂ ਹੋਣਾ ਚਾਹੁੰਦੇ। ਉਸ ਨੂੰ ਕਦੇ ਵੀ ਕਿਸੇ ਘੋਰ ਅਪਰਾਧ ਦੇ ਦੋਸ਼ੀ ਨਹੀਂ ਸੀ ਫਸਾਇਆ ਗਿਆ। ਅਸੀਂ ਕਿਸੇ ਵੀ ਬੱਚੇ ਨਾਲ ਦੁਰਵਿਵਹਾਰ ਨਹੀਂ ਕੀਤਾ। ਕਦੇ-ਕਦੇ ਅਸੀਂ ਕਿਰਪਾ ਦੀ ਜ਼ਰੂਰਤ ਨੂੰ ਜ਼ਿਆਦਾ ਮਹਿਸੂਸ ਨਹੀਂ ਕਰਦੇ ਕਿਉਂਕਿ ਅਸੀਂ ਨਹੀਂ ਸਮਝਦੇ ਕਿ ਸਾਡੇ ਪਾਪੀ ਹੀ ਮੁੱਖ ਤੌਰ ਤੇ ਮੁਸੀਬਤ ਪੈਦਾ ਕਰਨ ਵਾਲੇ ਹਨ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਠੀਕ-ਠਾਕ ਹਾਂ। ਕਿ ਆਪ ਨੇ ਜਾਣਿਆ ਹੈ ਕਿ ਜ਼ਿਆਦਾਤਰ ਲੋਕ ਅੱਜ ਹੀ ਸੋਚਦੇ ਹਨ ਕਿ ਉਹ ਦੂਸਰੇ ਲੋਕਾਂ ਨਾਲੋਂ ਬਿਹਤਰ ਹਨ। ਕੀ ਆਪ ਨੇ ਇਸ ਨੂੰ ਜਾਣਿਆ ਹੈ? ਜ਼ਿਆਦਾਤਰ ਲੋਕ ਸੋਚਦੇ ਹਨ ਕਿ ਜ਼ਿਆਦਾ ਨੈਤਿਕ, ਜ਼ਿਆਦਾਤਰ ਮਿਹਨਤੀ, ਜ਼ਿਆਦਾ ਸਹਿਕਾਰੀ ਅਤੇ ਜ਼ਿਆਦਾ ਵਫਾਦਾਰ ਹਨ। ਲੋਕ ਇਹ ਸੋਚਦੇ ਹਨ ਕਿ ਉਹ 10 ਹੁਕਮਾਂ ਦੀ ਪਾਲਣਾ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਨਿਯਮਤਮ ਤੌਰ ਤੇ ਕਰਦੇ ਹਨ। ਅਤੇ ਇੱਕ ਲੋਕ ਇਹ ਕਹਿੰਦੇ ਹਨ ਕਿ ਨਿਪੁੰਨ ਵਿਅਕਤੀ ਨੇ ਇਹ ਵੇਖਿਆ ਨਹੀਂ ਕਿ ਇਹ ਇੱਕ ਮਹਾਨ ਖੰਡਨ ਹੈ। ਹਰੇਕ ਵਿਅਕਤੀ ਇਹ ਵਿਸ਼ਵਾਸ ਕਰਦਾ ਹੈ ਕਿ ਬਾਕੀ ਹਰੇਕ ਵਿਅਕਤੀ ਨਾਲੋਂ ਇੱਕ ਬਿਹਤਰ ਵਿਅਕਤੀ ਹੈ। ਹੁਣ ਇਸ ਬਾਰੇ ਇੱਕ ਪਲ ਸੋਚੋ। ਹਰੇਕ ਵਿਅਕਤੀ ਸੋਚਦਾ ਹੈ ਕਿ ਉਹ ਹਰੇਕ ਦੂਸਰੇ ਵਿਅਕਤੀ ਨਾਲੋਂ ਬਿਹਤਰ ਹੈ। ਜੇਕਰ ਅਸੀਂ ਇਮਾਨਦਾਰ ਹਾਂ, ਜੇਕਰ ਅਸੀਂ ਇੱਕ ਪਲ ਲਈ ਰੁਕੀਏ, ਤਦ ਇਹ ਵਿਚਾਰ ਸਾਡੇ ਅੰਦਰ ਆਉਂਦੇ ਹਨ ਕਿ ਅਸੀਂ ਉਸ ਨੂੰ ਇਹ ਵਿਚਾਰ ਨਹੀਂ ਰੋਕ ਸਕਦੇ, ਨਾ ਅੰਦਰ ਰੱਖ ਸਕਦੇ ਹਾਂ। ਅਸੀਂ ਕਿਸੇ ਨੂੰ ਕੁਝ ਸੱਚਮੁੱਚ ਭਿਆਨਕ ਕਰਦੇ ਵੇਖਦੇ ਹਾਂ ਅਤੇ ਅਸੀਂ ਬਸ ਇਸ ਗੱਲ ਵਿੱਚ ਫੁੱਲੇ ਨਹੀਂ ਸਮਾਉਂਦੇ ਕਿ ਅਸੀਂ ਤਾਂ ਇਸ ਤਰ੍ਹਾਂ ਦਾ ਕੰਮ ਕਦੇ ਵੀ ਨਹੀਂ ਕਰਦੇ। ਅਸੀਂ ਕਿਸੇ ਨੂੰ ਵੱਡੇ ਲਾਲਚ ਵਿੱਚ ਸਿਰਫ ਵੇਖਦੇ ਹੀ ਨਹੀਂ, ਅਸੀਂ ਉਹ ਸਭ ਨੂੰ ਤੱਕਦੇ ਅਤੇ ਆਖਦੇ ਹਾਂ, ਮੈਂ ਤਾਂ ਇੱਕ ਸਭ ਕਦੇ ਨਹੀਂ ਸੀ ਕੀਤਾ ਔਰ ਨਾ ਕਰਦਾ ਹਾਂ। ਅਸੀਂ ਉਹ ਨਹੀਂ ਕਰਾਂਗੇ ਪਰ ਕੁਝ ਹੋਰ ਕਰਾਂਗੇ ਜੋ ਨਹੀਂ ਕਰਨਾ ਸਾਨੂੰ ਚਾਹੀਦਾ ਹੈ। ਮਸੀਹ ਬਣਨ ਤੋਂ ਬਾਅਦ ਵੀ ਸਾਡੇ ਆਲੇ ਦੁਆਲੇ ਇੱਕ ਅੰਨਾਪਨ ਦੀ ਭਾਵਨਾ ਬਣੀ ਰਹਿੰਦੀ ਹੈ। ਸਾਡੇ ਮਸੀਹ ਹੋਣ ਤੋਂ ਬਾਅਦ ਵੀ ਪਰਮੇਸ਼ਰ ਨੂੰ ਸਾਨੂੰ ਚੰਗੀ ਦਿਸ਼ਾ ਦੀਆਂ ਤਹਿਆਂ ਵਿੱਚ ਗੁਜ਼ਾਰਿਆਂ ਦਾ ਕੰਮਾਂ ਦੇ ਵਿੱਚ ਲੱਗੇ ਰਹਿਣ ਦਾ ਜੀਵਨ ਗੁਜ਼ਾਰਨਾ ਪੈਂਦਾ ਹੈ ਅਤੇ ਉਸ ਤਰੀਕੇ ਨੂੰ ਜਿਸ ਦੇ ਅਨੁਸਾਰ ਉਸ ਦੇ ਸਾਡੇ ਅਨੁਭਵ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਜੀ ਚੁੱਕੇ ਹੁੰਦੇ ਹਾਂ। ਜਦੋਂ ਵੀ ਪਾਪ ਦਾ ਜ਼ਿਕਰ ਕੀਤਾ ਜਾਂਦਾ ਹੈ ਤਦ ਲੋਕ ਇਹਨਾਂ ਦੋਵਾਂ ਵਿੱਚੋਂ ਇੱਕ ਪ੍ਰਤੀਕਿਰਿਆ ਕਰਦੇ ਹਨ। ਉਹ ਜਾਂ ਤਾਂ ਉਸ ਮੁਸੂਲੀਏ ਵਰਗੇ ਹੁੰਦੇ ਹਨ ਜਿਸ ਨੇ ਉਸ ਦਿਨ ਹੈਕਲ ਵਿੱਚ ਖੜੇ ਹੋ ਕੇ ਆਖਿਆ ਸੀ ਕਿ ਮੈਂ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਜੋ ਕਿ ਇੱਕ ਮੈਂ ਮਹਾਪਾਪੀ ਹਾਂ, ਜਾਂ ਫਿਰ ਉਹ ਉਸ ਫਰੀਸੀ ਵਰਗੇ ਹਨ ਜੋ ਅਗਲੇ ਕਮਰੇ ਵਿੱਚ ਖੜੇ ਸੀ ਅਤੇ ਮੁਸੂਲੀਏ ਨੂੰ ਪ੍ਰਾਰਥਨਾ ਕਰਦੇ ਸੁਣ ਕੇ ਇਹ ਆਖਣ ਲੱਗਾ ਕਿ ਮੈਂ ਹੇ ਪਰਮੇਸ਼ਰ ਤੇਰਾ ਸ਼ੁਕਰ ਕਰਦਾ ਹਾਂ ਭਾਈ ਮੈਂ ਹੋਰਨਾਂ ਵਾਂਗੂ ਨਹੀਂ ਜੋ ਲੁਟੇਰੇ, ਕੁਧਰਮੀ ਅਤੇ ਜਿਨਾਹਕਾਰ ਹਨ, ਅਤੇ ਨਾ ਮਸੂਲੀਏ ਵਰਗੇ ਹਾਂ ਜੋ ਸਾਤੇ ਵਿੱਚ 2 ਵਾਰੀ ਵਰਤ ਰੱਖਦਾ ਅਤੇ ਆਪਣੀ ਸਾਰੀ ਕਮਾਈ ਦਾ ਦੁਸ਼ਾਂਤ ਦਿੰਦਾ ਹੈ। ਲੂਕਾ 18 ਅਧਿਆਏ 9 ਤੋਂ 14 ਵਚਨ ਵਿੱਚ ਗੌਰ ਕਰੋ ਕਿ ਸਾਡੀਆਂ ਆਪਣੀਆਂ ਖੁਦ ਦੀਆਂ ਨਜ਼ਰਾਂ ਵਿੱਚ ਇੰਨਾ ਜ਼ਿਆਦਾ ਧਾਰਮਿਕ ਬਣਨਾ ਕਿੰਨਾ ਹੀ ਜ਼ਿਆਦਾ ਆਸਾਨ ਹੈ ਅਤੇ ਫਿਰ ਵੀ ਅਕਸਰ ਆਪਣੀ ਆਪ ਦੀ ਖੁਦ ਦੀਆਂ ਨਜ਼ਰਾਂ ਵਿੱਚ ਜਦੋਂ ਅਸੀਂ ਧਾਰਮਿਕ ਹੁੰਦੇ ਹਾਂ ਤਦ ਜਦੋਂ ਆਲੇ ਦੁਆਲੇ ਅਤੇ ਆਪਣੇ ਆਪ ਨੂੰ ਵੇਖਦੇ ਹਾਂ ਤਦ ਉਹਨਾਂ ਚੀਜ਼ਾਂ ਬਾਰੇ ਅੰਨੇ ਕੀਤੇ ਜਾਂਦੇ ਹਾਂ ਜੋ ਅਸਲ ਵਿੱਚ ਸੱਚਮੁੱਚ ਹੁੰਦੀਆਂ ਹਨ। ਹੇ ਮਨੁੱਖੋ ਅਤੇ ਔਰਤੋ, ਆਪ ਜਾਣਦੇ ਹੋ ਕਿ ਉਹਨਾਂ ਕਾਰਨਾਂ ਵਿੱਚ ਇੱਕ ਜਿਸ ਕਰਕੇ ਇਹ ਪੁਸਤਕ ਇੰਨੀ ਜ਼ਿਆਦਾ ਖਾਸ ਹੈ, ਜਿਸ ਕਰਕੇ ਮੈਂ ਇਸ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ, ਉਹ ਇਹ ਹੈ ਕਿਉਂਕਿ ਬਾਈਬਲ ਉਹ ਸ਼ੀਸ਼ਾ ਹੈ ਜੋ ਪਰਮੇਸ਼ਰ ਨੇ ਸਾਨੂੰ ਆਪਣੇ ਆਪ ਨੂੰ ਤੱਕਣ ਲਈ ਦਿੱਤਾ ਹੈ। ਕੀ ਅਸੀਂ ਇਸ ਨੂੰ ਜਾਣਿਆ ਹੈ? ਸੱਚਮੁੱਚ ਬਾਈਬਲ ਬਾਣੀ ਦੇ ਇੱਕ ਭਾਗ ਵਿੱਚ ਇਸ ਨੂੰ ਇੱਕ ਸ਼ੀਸ਼ੇ ਹੀ ਆਖਿਆ ਗਿਆ ਹੈ। ਆਮ ਇੱਕ ਸ਼ੀਸ਼ੇ ਦੇ ਅੰਦਰ ਆਪਣੇ ਆਪ ਨੂੰ ਵੇਖਣ ਲਈ ਹੀ ਤੱਕਦੇ ਹਾਂ ਅਤੇ ਜਿਉਂਦੇ ਹਾਂ। ਅਸੀਂ ਬੁੱਢੇ ਹੁੰਦੇ ਹਾਂ, ਜਵਾਨ ਹੁੰਦੇ ਹਾਂ, ਇਹ ਸ਼ੀਸ਼ੇ ਦਾ ਅਨੁਭਵ ਹੋਰ ਜ਼ਿਆਦਾ ਦਰਦਨਾਕ ਬਣ ਜਾਂਦਾ ਹੈ। ਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ? ਅਸੀਂ ਸਵੇਰੇ ਜਾਗਦੇ ਹਾਂ ਅਤੇ ਅਸੀਂ ਸ਼ੀਸ਼ੇ ਦੇ ਅੰਦਰ ਝਾਕਦੇ ਹਾਂ ਅਤੇ ਅਸੀਂ ਸੋਚਦੇ ਹਾਂ, ਅਰੇ ਵਾਹ, ਵੇਖੋ ਮੈਨੂੰ ਕੀ ਹੋ ਰਿਹਾ ਹੈ। ਪਰ ਅਕਸਰ ਸਾਰੀ ਰਾਤ ਸੌਣ ਤੋਂ ਬਾਅਦ ਅਸੀਂ ਸਵੇਰੇ ਸ਼ੀਸ਼ੇ ਦੇ ਅੰਦਰ ਨਹੀਂ ਤੱਕਦੇ ਅਤੇ ਸਾਨੂੰ ਤੱਕਣ ਵਾਲੇ ਜਗਤ ਦਾ ਸਾਹਮਣਾ ਕਰਨ ਲਈ ਬਾਹਰ ਜਾਣ ਤੋਂ ਪਹਿਲਾਂ ਅਸੀਂ ਕੋਈ ਵੀ ਤਬਦੀਲੀ ਨਹੀਂ ਕਰਦੇ। ਅਸੀਂ ਜਦੋਂ ਬਾਈਬਲ ਪੜ੍ਹਦੇ ਹਾਂ ਇਹ ਵੀ ਇਸੇ ਉਦੇਸ਼ ਲਈ ਹੁੰਦਾ ਹੈ। ਇਹ ਤਾਂ ਆਪਣੇ ਆਪ ਨੂੰ ਉਸੇ ਤਰ੍ਹਾਂ ਤੱਕਣ ਲਈ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਹੁੰਦੇ ਹਾਂ ਅਤੇ ਆਪਣੇ ਆਪ ਨੂੰ ਉਸ ਤਰ੍ਹਾਂ ਤੱਕਣ ਲਈ ਠੀਕ ਜਿਸ ਤਰ੍ਹਾਂ ਪਰਮੇਸ਼ਰ ਸਾਨੂੰ ਤੱਕਦਾ ਹੈ। ਇਸ ਲਈ ਨਹੀਂ ਕਿ ਜਿਸ ਤਰ੍ਹਾਂ ਦੇ ਅਸੀਂ ਹੁੰਦੇ ਹਾਂ ਉਸੇ ਤਰ੍ਹਾਂ ਬਣੇ ਰਹੀਏ, ਪਰ ਇਸ ਕਰਕੇ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੀ ਕਿਰਪਾ ਅਤੇ ਤਰਸ ਉੱਤੇ ਛੱਡ ਸਕੀਏ। ਹੁਣ ਮੈਂ ਆਪ ਨੂੰ ਦੱਸ ਦੇਵਾਂਗਾ ਕਿ ਇੱਕ ਵਿਅਕਤੀ ਜਿਸ ਨੇ ਆਪਣੇ ਅੰਨ੍ਹੇਪਨ ਬਾਰੇ ਉਨਾ ਹੀ ਜ਼ਿਆਦਾ ਜਾਣਨਾ ਚਾਹਿਆ ਸੀ ਜਿੰਨਾ ਕਿ ਜੌਨ ਨਿਊਟਨ ਨੇ, ਅਤੇ
ਉਸ ਦੀ ਪਾਲੂਸ ਰਸੂਲ। ਆਪ ਗੌਰ ਕਰੋ, ਪਾਲੂਸ ਨੇ ਆਪਣੇ ਸੱਭਿਆਚਾਰ ਦੇ ਵਿਚਾਰ ਗੁਲਾਮ ਦਾ ਵਿਫੌਰ ਨਹੀਂ ਇੰਨਾ ਜ਼ਿਆਦਾ ਨਹੀਂ ਸੀ ਕੀਤਾ। ਉਸਨੇ ਤਾਂ ਇਸ ਕੋਲ ਦੀ ਲੰਘ ਕੇ ਕੀ ਕੀਤਾ ਸੀ? ਉਸ ਦੀ ਆਪ ਦੀ ਖੁਦ ਦੀ ਦੱਸੀ ਗਈ ਗਵਾਹੀ ਦੇ ਅਨੁਸਾਰ ਉਸਨੇ ਪਰਮੇਸ਼ਰ ਦੀ ਕਲੀਸਿਆ ਨੂੰ ਸਤਾਇਆ ਸੀ। ਉਸਨੇ ਮਸੀਹ ਦੇ ਪਿੱਛੇ ਪੈ ਕੇ ਉਹਨਾਂ ਨੂੰ ਪਕੜਿਆ ਸੀ, ਉਹਨਾਂ ਨੇ ਸੰਗਲਾਂ ਦੇ ਨਾਲ ਜਕੜਿਆ ਅਤੇ ਜੇਲ੍ਹ ਵਿੱਚ ਪਾਇਆ ਸੀ। ਪਾਲੂਸ ਉਹਨਾਂ ਦੇ ਕਦਮਾਂ ਵਿੱਚ ਖੜਾ ਸੀ ਜਿਨ੍ਹਾਂ ਨੇ ਸਤੀਫਨ ਨੂੰ ਮਾਰਿਆ ਸੀ ਅਤੇ ਉਹਨਾਂ ਨੇ ਕੱਪੜਿਆਂ ਨੂੰ ਸੰਭਾਲਦਾ ਸੀ। ਉਸ ਕਤਲ ਦੀ ਘੜੀ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ ਸੀ। ਅਸਲ ਵਿੱਚ ਪਾਲੂਸ ਉਦੋਂ ਬਚਾਇਆ ਗਿਆ ਅਤੇ ਉਸ ਨੂੰ ਉਦੋਂ ਠਹਿਰਾਇਆ ਗਿਆ ਸੀ ਜਦੋਂ ਉਹ ਕੁਝ ਹੋਰ ਮਸੀਹੀ ਲੋਕਾਂ ਦਾ ਪਿੱਛਾ ਕਰਨ ਲਈ ਦਮਸ਼ਕ ਦੇ ਰਾਹ ਜਾ ਰਿਹਾ ਸੀ ਤਾਂ ਕਿ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਵੇ, ਅਤੇ ਪਰਮੇਸ਼ਰ ਨੇ ਉਸ ਦੇ ਰਾਹ ਜਾਂਦਿਆਂ ਵਕਤ ਉਸ ਨੂੰ ਰੋਕਿਆ ਸੀ ਅਤੇ ਉਸ ਦਾ ਮਨ ਬਦਲ ਗਿਆ ਸੀ। ਉਸ ਨੇ ਇਹ ਸਮਝ ਲਿਆ ਸੀ ਕਿ ਆਤਮਿਕ ਅੰਨਾਪਨ ਕੀ ਹੁੰਦਾ ਹੈ, ਕਿਉਂਕਿ ਉਹ ਲਗਾਤਾਰ ਇਹੋ ਹੀ ਕਰਦਾ ਆ ਰਿਹਾ ਸੀ। ਪਾਲੂਸ ਨੇ ਸੋਚਿਆ ਸੀ ਕਿ ਉਹ ਤਾਂ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ। ਉਹ ਇੱਕ ਫਰੀਸੀ ਸੀ, ਉਹ ਪਰਮੇਸ਼ਰ ਦਾ ਇੱਕ ਅਣਖੀ ਜਨ ਸੀ। ਉਹ ਉਹੀ ਕਰ ਰਿਹਾ ਸੀ ਜੋ ਉਸਨੇ ਸੋਚਿਆ ਸੀ ਕਿ ਉਸ ਦਾ ਧਰਮ ਉਸ ਤੋਂ ਮੰਗ ਕਰਦਾ ਸੀ। ਉਸਨੇ ਮਸੀਹਾਂ ਨੂੰ ਕੁੱਟਿਆ, ਮਾਰਿਆ ਔਰ ਉਹਨਾਂ ਨੂੰ ਨਿਚੋੜਿਆ ਸੀ। ਇਸ ਕਰਕੇ ਉਹ ਆਪਣੇ ਪੂਰੇ ਬਲ ਨਾਲ ਇਹ ਕਰਦਾ ਰਿਹਾ। ਉਹੀ ਆਖਣ ਜੋ ਅਸੀਂ ਪਾਲੂਸ ਦੇ ਅੰਦਰ ਉਸ ਦੇ ਮਨ ਫਰੋਨ ਤੋਂ ਬਾਅਦ ਵੇਖਦੇ ਹਾਂ, ਉਹੀ ਆਖਣ ਉਸ ਦੇ ਮਨ ਫਰੋਨ ਤੋਂ ਪਹਿਲਾਂ ਕਈ ਲਿਹਾਜ਼ਾਂ ਨਾਲ ਸੋਚ ਹੀ ਸੀ। ਆਪਣੀ ਅੱਖਾਂ ਦੇ ਅੰਨ੍ਹੇਪਨ ਵਿੱਚ ਉਸਨੇ ਪਰਮੇਸ਼ਰ ਨੂੰ ਸਤਾਇਆ ਸੀ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੋਮੀਆਂ ਦੇ 2 ਅਧਿਆਏ ਦੀ 1 ਆਇਤ ਤੋਂ ਲੈ ਕੇ 16 ਆਇਤ ਤੱਕ ਗੌਰ ਕੀਤਾ। ਇਹਨਾਂ ਵਚਨਾਂ ਵਿੱਚੋਂ ਸਾਡਾ ਅੱਜ ਦਾ ਵਿਸ਼ਾ ਸੀ ਕਿਰਪਾ ਦਾ ਸਪਸ਼ਟ ਨਜ਼ਰੀਆ। ਇਸ ਦੇ ਵਿੱਚ ਅਸੀਂ ਸਿੱਖਿਆ ਸੀ ਕਿ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਗੱਲ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਹੈ ਅਸੀਂ ਮਹਾਪਾਪੀ ਹਾਂ ਅਤੇ ਪ੍ਰਭੂ ਯਿਸੂ ਮਸੀਹ ਜੀ ਇੱਕ ਮਹਾਨ ਮੁਕਤੀਦਾਤਾ ਹਨ। ਪਰਮੇਸ਼ਰ ਸਾਨੂੰ ਉਸੇ ਤਰ੍ਹਾਂ ਵੇਖਦਾ ਹੈ ਜੋ ਅਸੀਂ ਅਸਲ ਦੇ ਵਿੱਚ ਹਾਂ। ਉਹ ਸਾਡਾ ਨਿਆਂ ਜੋ ਅਸੀਂ ਹਾਂ ਉਸ ਦੀ ਅਸਲੀਅਤ ਦੇ ਅਨੁਸਾਰ ਹੀ ਕਰਦਾ ਹੈ। ਇਸ ਕਰਕੇ ਸਾਨੂੰ ਦੂਜਿਆਂ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਕਹਾਣੀ ਨੂੰ ਵੇਖਿਆ ਸੀ ਜੋ ਇੱਕ ਕਿਸਾਨ, ਇੱਕ ਸ਼ੇਰ ਅਤੇ ਇੱਕ ਧਰਮੀ ਮਨੁੱਖ ਬਾਰੇ ਸੀ। ਇਹ ਕਹਾਣੀ ਧਾਰਮਿਕਤਾ ਅਤੇ ਨੈਤਿਕਤਾ ਦਾ ਪਖੰਡ ਕਰਨ ਵਾਲਿਆਂ ਦੇ ਉੱਤੇ ਇੱਕ ਕਰਾਰਾ ਵਾਰ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਿਆ ਲੱਗਾ ਹੋਵੇਗਾ। ਤਾਂ ਦੋਸਤੋ, ਅੱਜ ਇਸ ਗੱਲ ਦਾ ਫੈਸਲਾ ਕਰੀਏ ਕਿ ਅਸੀਂ ਪਰਮੇਸ਼ਰ ਦੀ ਕਿਰਪਾ ਦਾ ਤਿਰਸਕਾਰ ਨਹੀਂ ਕਰਾਂਗੇ ਅਤੇ ਨਾ ਹੀ ਆਪਣੀ ਅੱਖਾਂ ਵਿੱਚ ਧਰਮੀ ਬਣਨ ਦੀ ਕੋਸ਼ਿਸ਼ ਕਰਾਂਗੇ, ਸਗੋਂ ਆਪਣੇ ਆਪ ਨੂੰ ਉਵੇਂ ਹੀ ਵੇਖਾਂਗੇ ਜਿਵੇਂ ਪਰਮੇਸ਼ਰ ਸਾਨੂੰ ਅਸਲ ਦੇ ਵਿੱਚ ਵੇਖਣਾ ਚਾਹੁੰਦਾ ਹੈ। ਸਾਡੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਅਸੀਂ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅਸੀਂ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਆਪਣੀ ਬਰਕਤਾਂ ਸਾਨੂੰ ਦੇ ਰਹੇ ਹੋ, ਆਪਣੇ ਵਚਨ ਦੀ ਸਿੱਖਿਆ ਸਾਨੂੰ ਬਖਸ਼ ਰਹੇ ਹੋ ਪਿਤਾ। ਅੱਜ ਅਸੀਂ ਇਸ ਗੱਲ ਨੂੰ ਦੇਖਿਆ ਕਿ ਪਿਤਾ ਪਰਮੇਸ਼ਰ ਸਾਨੂੰ ਕਿਸੇ ਵੀ ਗੱਲ 'ਚ ਪਖੰਡਬਾਜ਼ੀ 'ਚ ਨਹੀਂ ਪੈਣਾ ਚਾਹੀਦਾ, ਬਲਕਿ ਤੁਸੀਂ ਜੋ ਕਿਰਪਾ ਸਾਡੇ 'ਤੇ ਕੀਤੀ ਆ ਉਸ ਕਿਰਪਾ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੋ ਕੇ ਸਾਨੂੰ ਉਸ ਤਰ੍ਹਾਂ ਹੀ ਵੇਖਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਸਾਨੂੰ ਚਾਹੁੰਦੇ ਹੋ ਕਿ ਅਸੀਂ ਬਣੀਏ ਔਰ ਤੁਸੀਂ ਸਾਨੂੰ ਉਸ ਨਜ਼ਰੀਏ ਨਾਲ ਦੇਖਦੇ ਹੋ। ਪਿਤਾ ਪਰਮੇਸ਼ਰ, ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਜੀਵਨ 'ਚ ਜਿੰਨੀਆਂ ਵੀ ਕਮੀ ਘਟੀਆਂ ਤੁਸੀਂ ਆਪਣੀ ਕਿਰਪਾ ਦੇ ਦੁਆਰਾ ਉਹਨਾਂ ਨੂੰ ਦੂਰ ਕਰੋ ਔਰ ਸਾਡੇ 'ਤੇ ਪ੍ਰਭੂ ਜੀ ਬਰਕਤ ਕਰੋ ਕਿ ਅਸੀਂ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਈਏ ਔਰ ਤੁਹਾਡੀ ਮਰਜ਼ੀ ਦੇ ਅਨੁਸਾਰ ਪਿਤਾ ਪਰਮੇਸ਼ਰ ਆਪਣੀ ਜ਼ਿੰਦਗੀ ਨੂੰ ਬਿਤਾ ਸਕੀਏ। ਸਾਡੀ ਪ੍ਰਾਰਥਨਾ ਨੂੰ ਅਸੀਂ ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।